ਹੈਲੋ ਸਟੂਡੈਂਟਸ, ਅੱਜ ਮੈਂ ਆਪਣੀ ਇਸ ਵੀਡੀਓ ਦੇ ਵਿੱਚ ਪਾਸਟ ਇੰਡੈਫੀਨਿਟ ਟੈਂਸ ਦੇ ਰੂਲਸ ਦੇ ਕੰਮ ਕ੍ਰਾਸ ਹੋਵਾਂਗੀ। ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਪਾਸਟ ਦਾ ਕੀ ਮਤਲਬ ਹੈ। ਤਾਂ ਕੋਈ ਵੀ ਜਿਹੜੀ ਗੱਲ ਆਪਣੀ ਬੀਤ ਚੁੱਕੇ ਸਮੇਂ ਦੇ ਵਿੱਚ ਮਤਲਬ ਭੂਤਕਾਲ ਦੇ ਵਿੱਚ ਹੋਈ ਹੁੰਦੀ ਹੈ, ਉਹ ਸਾਰਾ ਆਪਣਾ ਪਾਸਟ ਇੰਡੈਫੀਨਿਟ ਟੈਂਸ ਦੇ ਅੰਡਰ ਆਉਂਦਾ ਹੈ। ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹਦੀ ਜਿਹੜੀ ਟੈਂਸ ਹੈ ਇਹਦੀ ਆਇਡੈਂਟੀਫਿਕੇਸ਼ਨ ਕੀ ਹੈ। ਆਇਡੈਂਟੀਫਿਕੇਸ਼ਨ ਦਾ ਕੀ ਮਤਲਬ ਹੈ? ਪਹਿਚਾਣ। ਤਾਂ ਕੋਈ ਵੀ ਜਿਹੜਾ ਪੰਜਾਬੀ ਦਾ ਸੈਂਟੈਂਸ ਹੈ ਜਿਹਦੀ ਐਂਡਿੰਗ ਹੁੰਦੀ ਹੋਵੇ ਆਪਣੀ ਗਿਆ, ਕੀਤਾ ਜਾਂ ਦਾ, ਜਿਵੇਂ ਹੁੰਦਾ ਨਹੀਂ ਖਾਦਾ, ਬੀ ਲੱਗਾ ਹੋਵੇ, ਐਵੇਂ ਦੇ ਵਰਡਸ ਨਾਲ ਜਿਨ੍ਹਾਂ ਦੀ ਐਂਡਿੰਗ ਹੁੰਦੀ ਹੋਏਗੀ ਉਹ ਆਪਣੇ ਪਾਸਟ ਇੰਡੈਫੀਨਿਟ ਦੇ ਟੈਂਸ ਦੇ ਅੰਡਰ ਆਉਣਗੇ। ਮੇਨਲੀ ਨਾ ਇਹਨਾਂ ਦੇ ਵਿੱਚ ਆਪਾਂ ਧਿਆਨ ਦੇਣਾ ਹੁੰਦਾ ਕੋਈ ਵੀ ਸੈਂਟੈਂਸ ਜਿਹਦੀ ਐਂਡਿੰਗ ਦੇ ਵਿੱਚ ਆਵਾਜ਼ ਕਿਹਦੀ ਆਉਂਦੀ ਹੋਵੇ, ਈ ਦੀ ਆਵਾਜ਼ ਆਉਂਦੀ ਹੋਵੇ ਜਾਂ ਆ ਦੀ, ਮਤਲਬ ਈ ਐਂਡ ਆ ਜਿਹੜੇ ਨੇ ਇਹਨਾਂ ਦੀ ਜਦੋਂ ਪਿੱਛੇ ਸਾਊਂਡ ਆਉਂਦੀ ਪਈ ਹੈ ਸੈਂਟੈਂਸ ਦੀ ਐਂਡਿੰਗ ਦੇ ਵਿੱਚ, ਤਾਂ ਉਹ ਆਪਣੇ ਕੋਲ ਕਿਹਦੇ ਵਿੱਚ ਆਉਣਗੇ? ਪਾਸਟ ਇੰਡੈਫੀਨਿਟ ਟੈਂਸ ਦੇ ਵਿੱਚ ਆਉਣਗੇ। ਹੁਣ ਸਭ ਤੋਂ ਪਹਿਲਾਂ ਆਪਣਾ ਐਫਰਮੇਟਿਵ ਦਾ ਮਤਲਬ ਕੀ ਹੁੰਦਾ? ਪੋਜ਼ਿਟਿਵ, ਹਾਂ ਵਾਚਕ। ਉਹਨਾਂ ਵਾਸਤੇ ਆਪਣੇ ਕੀ ਰੂਲਸ ਨੇ? ਤਾਂ ਕੀ ਰੂਲਸ ਆਉਣਗੇ? ਸਭ ਤੋਂ ਪਹਿਲਾਂ ਆਪਾਂ ਕੀ ਲਗਾਉਣਾ ਹੈਗਾ? ਸਬਜੈਕਟ। ਸਭ ਤੋਂ ਪਹਿਲਾਂ ਆਏਗਾ ਆਪਣੇ ਕੋਲ ਸਬਜੈਕਟ, ਫਿਰ ਕੀ ਆਏਗੀ? ਵਰਬ ਦੀ ਸੈਕਿੰਡ ਫਾਰਮ ਪਲਸ ਆਬਜੈਕਟ ਪਲਸ ਫੁੱਲ ਸਟਾਪ। ਕੀ ਰੂਲਸ ਨੇ? ਸਬਜੈਕਟ ਪਲਸ ਵਰਬ ਦੀ ਸੈਕਿੰਡ ਫਾਰਮ ਪਲਸ ਆਬਜੈਕਟ ਪਲਸ ਫੁੱਲ ਸਟਾਪ। ਹੁਣ ਦੇਖੋ ਆਪਣੇ ਕੋਲ ਵਰਬ ਦੀ ਸੈਕਿੰਡ ਫਾਰਮ ਲੱਗਣੀ ਹੈ, ਇੱਥੇ ਹੈਲਪਿੰਗ ਵਰਬ ਕੋਈ ਨਹੀਂ ਲੱਗਦਾ ਪਿਆ, ਤਾਂ ਆਪਣੇ ਕੋਲ ਸਬਜੈਕਟ ਲਈ ਸਾਰਿਆਂ ਵਾਸਤੇ ਸੇਮ ਰੂਲਸ ਹੀ ਹੋਣਗੇ ਸਾਰੇ ਸਬਜੈਕਟਸ ਲਈ। ਹੁਣ ਜਿਵੇਂ ਆਪਾਂ ਐਗਜ਼ਾਮਪਲ ਕਰਦੇ ਹਾਂ, ਜਿਵੇਂ ਫਸਟ ਐਗਜ਼ਾਮਪਲ ਹੈ ਮੈਂ ਖਾਣਾ ਖਾਦਾ। ਜਿਵੇਂ ਆਪਣੀ ਫਸਟ ਐਗਜ਼ਾਮਪਲ ਹੈ ਮੈਂ ਖਾਣਾ ਖਾਦਾ। ਹੁਣ ਦੇਖੋ ਪਿੱਛੇ ਆਪਣੀ ਆਵਾਜ਼ ਆਉਂਦੀ ਪਈ ਹੈ ਖਾਦਾ, ਮਤਲਬ ਪਾਸਟ ਦੇ ਵਿੱਚ ਕੰਮ ਹੋ ਗਿਆ। ਤਾਂ ਹੁਣ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆਣਾ? ਸਬਜੈਕਟ। ਸਬਜੈਕਟ ਕੀ ਹੈ? ਮੈਂ, ਡੈਟ ਮੀਨਸ ਆਈ। ਉਸ ਤੋਂ ਬਾਅਦ ਕੀ ਹੈ? ਵਰਬ ਦੀ ਸੈਕਿੰਡ ਫਾਰਮ। ਖਾਣ ਦੀ ਇੰਗਲਿਸ਼ ਕੀ ਹੁੰਦੀ ਹੈ? ਈਟ। ਈਟ ਆਪਣੀ ਵਰਬ ਦੀ ਫਸਟ ਫਾਰਮ ਹੈ, ਤਾਂ ਆਪਣੇ ਕੋਲ ਜਿਹੜੀ ਸੈਕਿੰਡ ਫਾਰਮ ਹੁੰਦੀ ਹੈ ਉਹ ਕੀ ਹੁੰਦੀ ਹੈ? ਏਟ। ਤਾਂ ਕੀ ਆਏਗਾ? ਆਈ ਏਟ। ਉਸ ਤੋਂ ਬਾਅਦ ਆਬਜੈਕਟ ਕੀ ਹੈ ਆਪਣੇ ਕੋਲ? ਹੁਣ ਖਾਣਾ। ਖਾਣਾ ਕੀ ਹੈ ਆਪਣਾ? ਫੂਡ। ਕੀ ਹੈ? ਆਈ ਏਟ ਦਾ ਫੂਡ। ਇਸ ਤਰੀਕੇ ਨਾਲ ਆਪਾਂ ਕਰਨਾ ਹੈ। ਹੁਣ ਜਿਵੇਂ ਮੰਨ ਲਓ ਆਪਣੇ ਕੋਲ ਸੈਕਿੰਡ ਐਗਜ਼ਾਮਪਲ ਹੈ, ਜੇ ਹੁੰਦੀ ਉਹਨਾਂ ਨੇ ਫੁੱਟਬਾਲ ਖੇਡੀ। ਉਹਨਾਂ ਨੇ ਫੁੱਟਬਾਲ ਖੇਡੀ। ਹੁਣ ਆਪਣੇ ਕੋਲ ਸਬਜੈਕਟ ਕੀ ਹੈਗਾ? ਉਹਨਾਂ। ਹੁਣ ਆਪਣੇ ਕੋਲ ਸਬਜੈਕਟ ਹੈ ਉਹਨਾਂ, ਉਹਨਾਂ ਦੀ ਇੰਗਲਿਸ਼ ਕੀ ਹੁੰਦੀ ਹੈ ਆਪਣੇ ਕੋਲ? ਦੇ। ਤਾਂ ਕੀ ਆਏਗਾ? ਦੇ। ਉਸ ਤੋਂ ਬਾਅਦ ਸੈਕਿੰਡ ਫਾਰਮ ਲਾਣੀ ਹੈ ਆਪਾਂ ਵਰਬ ਦੀ। ਹੁਣ ਇੱਥੇ ਕੀ ਹੈ? ਖੇਡੀ। ਖੇਡਣ ਦੀ ਇੰਗਲਿਸ਼ ਕੀ ਹੁੰਦੀ ਹੈ ਆਪਣੇ ਕੋਲ? ਪਲੇ। ਪਲੇ ਕੀ ਹੁੰਦੀ ਹੈ? ਵਰਬ ਦੀ ਫਸਟ ਫਾਰਮ, ਤੇ ਵਰਬ ਦੀ ਸੈਕਿੰਡ ਫਾਰਮ ਆਪਣੀ ਕੀ ਹੁੰਦੀ ਹੈਗੀ? ਪਲੇਡ। ਤਾਂ ਕੀ ਆਏਗਾ? ਦੇ ਪਲੇਡ। ਆਬਜੈਕਟ ਕੀ ਆਪਣਾ? ਫੁੱਟਬਾਲ। ਤਾਂ ਕੀ ਆਏਗਾ? ਦੇ ਪਲੇਡ ਦਾ ਫੁੱਟਬਾਲ। ਇਸ ਤਰੀਕੇ ਨਾਲ ਆਪਾਂ ਜਿਹੜੇ ਇੰਡੈਫੀਨੇਟ ਹੋਣਗੇ ਉਹਦੇ ਐਫਰਮੇਟਿਵ ਉਹਨਾਂ ਦੇ ਆਪਾਂ ਰੂਲ ਲਗਾਉਣੇ ਆ। ਹੁਣ ਆਪਣੇ ਕੋਲ ਨੈਗੇਟਿਵ। ਨੈਗੇਟਿਵ ਦਾ ਮਤਲਬ ਕੀ ਹੁੰਦਾ? ਨਾਵਾਚਕ, ਜਿਨ੍ਹਾਂ ਦੇ ਵਿੱਚ ਕੀ ਲੱਗਾ ਹੋਵੇ? ਨਹੀਂ ਲੱਗਾ ਹੋਵੇ। ਤਾਂ ਉਹਨਾਂ ਦੇ ਵਿੱਚ ਜਿਨ੍ਹਾਂ 'ਚ ਨਹੀਂ ਲੱਗਾ ਹੋਵੇਗਾ ਉਹਨਾਂ ਵਾਸਤੇ ਆਪਣੇ ਕੋਲ ਰੂਲਸ ਕੀ ਹੋਣਗੇ? ਤਾਂ ਆਪਾਂ ਪਹਿਲਾਂ ਕੀ ਲਗਾਉਣਾ? ਸਬਜੈਕਟ। ਫਿਰ ਕੀ ਲਗਾਉਣਾ ਆਪਾਂ? ਡਿਡ ਪਲਸ ਕੀ ਲਗਾਉਣੀ ਆ ਆਪਾਂ? ਨੋਟ। ਫਿਰ ਹੁਣ ਦੇਖੋ ਆਪਣੇ ਕੋਲ ਜਦੋਂ ਡਿਡ ਲੱਗ ਗਿਆ, ਡਿਡ ਕੀ ਹੈ ਆਪਣੀ? ਕਿਹਦੀ ਫਾਰਮ ਹੈ? ਸੈਕਿੰਡ, ਡੂ ਦੀ। ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਡੂ ਲਗਾਉਂਦੇ ਸੀ ਨਾ ਜਦੋਂ ਆਪਾਂ ਨੋਟ ਲਗਾਉਣਾ ਹੁੰਦਾ ਸੀ ਜਾਂ ਡਜ਼ ਲਗਾਉਂਦੇ ਸੀ। ਹੁਣ ਡੂ ਦੀ ਸੈਕਿੰਡ ਫਾਰਮ ਕੀ ਹੈਗੀ? ਡਿਡ। ਤਾਂ ਜਦੋਂ ਆਪਣੇ ਕੋਲ ਪਹਿਲਾਂ ਹੀ ਸੈਕਿੰਡ ਫਾਰਮ ਲੱਗ ਗਈ ਹੈ ਤਾਂ ਇੱਥੇ ਆਪਾਂ ਫਿਰ ਕਿਹੜੀ ਫਾਰਮ ਲਾਵਾਂਗੇ? ਆਪਾਂ ਵਰਬ ਦੀ ਫਸਟ ਫਾਰਮ ਲਗਾਵਾਂਗੇ। ਉਸ ਤੋਂ ਬਾਅਦ ਕੀ ਆਏਗਾ? ਆਬਜੈਕਟ। ਦੈਨ ਫਿਰ ਕੀ ਆਏਗਾ? ਫੁੱਲ ਸਟਾਪ ਆਏਗਾ। ਕੀ ਰੂਲਸ ਨੇ? ਸਬਜੈਕਟ ਪਲਸ ਡਿਡ ਪਲਸ ਨੋਟ ਪਲਸ ਵਰਬ ਦੀ ਫਸਟ ਫਾਰਮ ਪਲਸ ਆਬਜੈਕਟ ਪਲਸ ਫੁੱਲ ਸਟਾਪ। ਹੁਣ ਆਪਾਂ ਐਗਜ਼ਾਮਪਲ ਕਰਦੇ ਹਾਂ। ਜਿਵੇਂ ਆਪਣੇ ਕੋਲ ਐਗਜ਼ਾਮਪਲ ਹੋਵੇ ਉਹ ਸਕੂਲ ਨਹੀਂ ਗਿਆ। ਉਹ ਸਕੂਲ ਨਹੀਂ ਗਿਆ। ਹੁਣ ਦੇਖੋ ਗਿਆ, ਆ ਦੀ ਆਵਾਜ਼ ਆਉਂਦੀ ਪਈ ਹੈ ਨਾ, ਡੈਟ ਮੀਨਸ ਪਾਸਟ ਦੇ ਵਿੱਚ ਗੱਲ ਹੁੰਦੀ ਪਈ ਹੈ। ਉਹ ਸਕੂਲ ਨਹੀਂ ਗਿਆ। ਤਾਂ ਹੁਣ ਆਪਣੇ ਕੋਲ ਪਹਿਲਾਂ ਆਪਾਂ ਕੀ ਲਗਾਉਣਾ? ਸਬਜੈਕਟ। ਸਬਜੈਕਟ ਕੀ ਹੈ? ਉਹ ਸਕੂਲ ਨਹੀਂ ਗਿਆ, ਡੈਟ ਮੀਨਸ ਕਿਸੇ ਬੋਏ ਦੀ ਗੱਲ ਹੁੰਦੀ ਪਈ ਹੈ ਨਾ, ਤਾਂ ਕੀ ਆਏਗਾ? ਪਹਿਲਾਂ ਹੀ ਤੋਂ ਬਾਅਦ ਫਿਰ ਹੁਣ ਨਹੀਂ ਲੱਗਿਆ ਤਾਂ ਕੀ ਆਏਗਾ? ਡਿਡ ਪਲਸ ਨੋਟ। ਤਾਂ ਕੀ ਆਏਗਾ? ਹੀ ਡਿਡ ਨੋਟ। ਜਾਣ ਦੀ ਇੰਗਲਿਸ਼ ਕੀ ਹੁੰਦੀ ਹੈ? ਗੋ। ਹੀ ਡਿਡ ਨੋਟ ਗੋ ਟੂ ਸਕੂਲ। ਇਸ ਤਰੀਕੇ ਨਾਲ ਹੀ ਆਪਣੇ ਕੋਲ ਕੋਈ ਵੀ ਸਬਜੈਕਟ ਆ ਜੇ ਹਰੇਕ ਦੇ ਨਾਲ ਹੀ ਆਪਾਂ ਡਿਡ ਲਗਾਉਣਾ ਹੈਗਾ, ਤਾਂ ਕਰਕੇ ਇਹਦੇ ਰੂਲਸ ਬਹੁਤ ਜ਼ਿਆਦਾ ਸਿੰਪਲ ਨੇ ਪਾਸਟ ਇੰਡੈਫੀਨਿਟ ਟੈਂਸ ਦੇ। ਹੁਣ ਆਪਾਂ ਅੱਗੇ ਕਰਦੇ ਹਾਂ ਇੰਟੈਰੋਗੇਟਿਵ। ਇੰਟੈਰੋਗੇਟਿਵ ਕਿਹੜੇ ਹੁੰਦੇ ਨੇ? ਮਤਲਬ ਪ੍ਰਸ਼ਨਵਾਚਕ, ਜਿਨ੍ਹਾਂ ਦੀ ਸਟਾਰਟਿੰਗ ਦੇ ਵਿੱਚ ਕੀ ਲੱਗਾ ਹੋਵੇ? ਕੀ ਲੱਗਾ ਹੋਵੇ, ਲਾਸਟ ਤੇ ਕੀ ਲੱਗਾ ਹੋਵੇ? ਕੁਐਸਚਨ ਮਾਰਕ ਲੱਗਾ ਹੋਵੇ।
ਹੁਣ ਇਹਨਾਂ ਨੂੰ ਜਦੋਂ ਆਪਾਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਨਾ ਹੈ ਤਾਂ ਸਟਾਰਟਿੰਗ ਦੇ ਵਿੱਚ ਪਹਿਲਾਂ ਆਪਣੇ ਕੋਲ ਕੀ ਆਏਗਾ, ਡਿਡ ਆਏਗਾ, ਦੈਨ ਫਿਰ ਕੀ ਆਏਗਾ ਆਪਣੇ ਕੋਲ, ਸਬਜੈਕਟ ਆਏਗਾ ਡਿਡ, ਫਿਰ ਕੀ ਆਏਗਾ ਸਬਜੈਕਟ। ਹੁਣ ਦੇਖੋ ਡਿਡ ਲੱਗਿਆ ਤਾਂ ਵਰਬ ਦੀ ਕਿਹੜੀ ਫॉर्म ਆਏਗੀ, फर्स्ट फॉर्म आएगी, प्लस फिर ਕੀ ਆਏਗਾ ऑब्जेक्ट आएगा प्लस क्वेश्चन मार्क। ਇਹ ਤਾਂ ਜੇ ਆਪਣਾ ਕੀ ਹੋਵੇ ਪੋਜ਼ਿਟਿਵ ਹੋਵੇ। ਹੁਣ ਜੇ ਇੰਟੈਰੋਗੇਟਿਵ ਆਪਣਾ ਨੈਗੇਟਿਵ ਦੇ ਵਿੱਚ ਹੈ ਤਾਂ ਉਹਦੇ ਵਾਸਤੇ ਆਪਣੇ ਕੋਲ ਰੂਲਸ ਕੀ ਲੱਗਣਗੇ, ਡਿਡ। ਹੁਣ ਨੋਟ ਆਪਾਂ ਡਿਡ ਤੋਂ ਬਾਅਦ ਨਹੀਂ ਲਾਣਾ, ਡਿਡ ਤੋਂ ਬਾਅਦ ਆਪਾਂ ਕੀ ਲਾਣਾ, ਸਬਜੈਕਟ ਲਾਣਾ ਹੈ, ਸਬਜੈਕਟ ਤੋਂ ਬਾਅਦ ਕੀ ਆਏਗਾ, ਨੋਟ ਆਏਗਾ, प्लस फिर वर्ब ਦੀ फर्स्ट फॉर्म प्लस ऑब्जेक्ट प्लस क्वेश्चन मार्क। ਹੁਣ ਆਪਾਂ एग्जांपल करते हैं, जिमें अपना कोल फर्स्ट एग्जांपल है कि राम ने तुहाडी बेइज्जती कीती। ਹੁਣ ਜਿਵੇਂ ਕੀ ਹੈ ਕਿ ਰਾਮ ਨੇ ਤੁਹਾਡੀ ਬੇਇੱਜ਼ਤੀ ਕੀਤੀ। ਹੁਣ ਆਪਣੇ ਕੋਲ ਸਬਜੈਕਟ ਕੀ ਹੈ, ਰਾਮ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਲੱਗਾ ਹੋਇਆ ਤਾਂ ਆਪਾਂ ਪਹਿਲਾਂ ਕੀ ਲਗਾਣਾ ਹੈ, ਡਿਡ ਲਗਾਣਾ ਹੈ। ਤਾਂ ਕੀ ਆਏਗਾ ਡਿਡ। ਹੁਣ ਉਸ ਤੋਂ ਬਾਅਦ ਸਬਜੈਕਟ ਕੀ ਹੈ, ਰਾਮ, ਫਿਰ ਕੀ ਆਏਗਾ ਡਿਡ ਰਾਮ। ਹੁਣ ਬੇਇੱਜ਼ਤੀ ਕਰਨ ਦੀ ਇੰਗਲਿਸ਼ ਕੀ ਹੁੰਦੀ ਹੈ, ਇਨਸਲਟ। ਤਾਂ ਕੀ ਆਏਗਾ ਡਿਡ ਰਾਮ ਇਨਸਲਟ ਤੁਹਾਡੀ ਦੀ ਮੀਨਸ ਯੂ, ਡਿਡ ਰਾਮ ਇਨਸਲਟ यू। फिर क्या आएगा अपने कोल क्वेश्चन मार्क। जे हुण अपने कोल इस तरीके नाल हुंदा है कि उसने तुहाडा अपमान नहीं कीता, कि उसने तुहाडा अपमान नहीं कीता। हुण अपमान का मतलब भी बेइज्जती हुंदा है, इहदी इंग्लिश भी की हुंदी है, इंसल्ट हुंदी है। ਹੁਣ ਆਪਣੇ ਕੋਲ ਕੀ ਹੈ ਕਿ ਉਸਨੇ ਤੁਹਾਡਾ ਅਪਮਾਨ ਨਹੀਂ ਕੀਤਾ। ਹੁਣ ਉਸਨੇ ਹੈ ਡੈਟ ਮੀਨਸ ਸਬਜੈਕਟ ਬॉय ਵੀ ਹੋ ਸਕਦਾ, ਗਰਲ ਵੀ। ਆਪਾਂ ਨੂੰ ਕਲੀਅਰ ਨਹੀਂ ਹੈ ਤਾਂ ਆਪਾਂ ਹੀ ਵੀ ਲਗਾ ਸਕਦੇ ਹਾਂ, ਸ਼ੀ ਵੀ ਲਗਾ ਸਕਦੇ ਹਾਂ। ਤਾਂ ਪਹਿਲਾਂ ਕੀ ਆਏਗਾ ਡਿਡ ਹੀ। ਹੁਣ ਦੇਖੋ ਆਪਣੇ ਕੋਲ ਕੀ ਹੈ, ਨਹੀਂ ਲੱਗਿਆ ਤਾਂ ਹੁਣ ਆਪਣੇ ਕੋਲ ਸਬਜੈਕਟ ਤੋਂ ਬਾਅਦ ਕੀ ਲੱਗੇਗਾ, ਨੋਟ। ਡਿਡ ਹੀ ਨੋਟ ਇਨਸਲਟ ਯੂ। ਤਾਂ ਆਪਾਂ ਇਸ ਤਰੀਕੇ ਨਾਲ ਜਿਹੜੇ ਆਪਣੇ ਕੋਲ ਪਾਸਟ ਇੰਡੈਫੀਨਿਟ ਟੈਂਸ ਹੈ ਉਹਨਾਂ ਤੇ ਰੂਲਸ ਲਗਾਣੇ ਆ। Thank you for paying your good attention to my video.